स्वागत मैं रंधावा ਤੁਸੀਂ ਦੇਖੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਸਾਹਿਬ ਜੀ ਆਏ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ ਤੁਸੀਂ ਤਾਂ ਦੇ ਲਿਆ ਮੁੱਛਾਂ ਨੂੰ ਤਾਂ ਇੱਧਰ ਕੇਜਰੀਵਾਲ ਵਿਗੜ ਗਏ ਆ ਭਗਵੰਤ ਮਾਨ ਨਾਲ। ਅੱਜ ਦਿਨੇ ਪ੍ਰੈਸ ਕਾਨਫਰੰਸ ਸੀਗੀ ਅੰਮ੍ਰਿਤਸਰ ਦੇ ਵਿੱਚ ਔਰ ਪੱਤਰਕਾਰਾਂ ਦੇ ਸਵਾਲਾਂ ਦੇ ਦਰਮਿਆਨ 'ਚ ਜਦੋਂ ਇਹ ਸਵਾਲ ਆਇਆ ਕਿ ਸੀਐਮ ਦਾ ਫੇਸ ਕਿਉਂ ਨਹੀਂ ਦਿੰਦੇ, ਵਲੰਟੀਅਰਾਂ ਨੇ ਭਗਵੰਤ ਮਾਨ ਦੇ ਹੱਕ 'ਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕੇਜਰੀਵਾਲ ਤੁਸੀਂ ਜਾਣਦੇ ਹੀ ਹੋ ਕੇਜਰੀਵਾਲ ਦੇ ਸੁਭਾਅ ਨੂੰ, ਸਾਬਕਾ ਬਿਊਰੋਕਰੇਟ ਨੇ, ਮੂੰਹ ਤੇ ਬਹੁਤੇ ਗੱਲ ਨਹੀਂ ਕਹਿੰਦੇ ਲੇਕਿਨ ਅੰਦਰ ਬਹੁਤ ਕੁਝ ਪਾਲ ਕੇ ਰੱਖਦੇ ਆ। ਉਹਨਾਂ ਨਾਲ ਵਿਚਰਨ ਵਾਲਿਆਂ ਨੂੰ ਪਤਾ ਹੈ ਕਿ ਕੇਜਰੀਵਾਲ ਕਿਵੇਂ ਸਿੱਝਦੇ ਆ। ਔਰ ਇਹ ਗੱਲ ਬਹੁਤੀ ਕੇਜਰੀਵਾਲ ਦੇ ਹਜਮ ਨਹੀਂ ਹੋਈ ਕਿ ਵਲੰਟੀਅਰ ਬਿਨਾਂ ਸਿਖਾਏ ਇਹ ਗੱਲ ਕਰ ਗਏ। ਹੁਣ ਸਾਡੇ ਅੰਦਰ ਦੇ ਸਰੋਤ ਦੱਸਦੇ ਆ ਕਿ ਕੇਜਰੀਵਾਲ ਖਫਾ ਸੀਗੇ, ਉਹਨਾਂ ਦੇ ਮਨ ਤੇ ਬੜੇ ਅਸਰ ਆਏ। ਉਹ ਭਗਵੰਤ ਮਾਨ ਨਾਲ ਵਿਗੜੇ ਲੱਗੇ ਤੇ ਉਸ ਤੋਂ ਅਗਲੇ ਪ੍ਰੋਗਰਾਮ ਦੇ ਵਿੱਚ ਭਗਵੰਤ ਮਾਨ ਨਦਾਰਦ ਸੀਗੇ ਟ੍ਰੇਡਰਸ ਨਾਲ। ਅੰਮ੍ਰਿਤਸਰ 'ਚ ਨੈਕਸਟ ਮੀਟ ਸੀਗੀ ਉਸ ਪ੍ਰੈਸ ਮਿਲਣੀ ਤੋਂ ਬਾਅਦ। ਇਹਦੇ ਦਰਮਿਆਨ 'ਚ ਕਾਫੀ ਕੁਝ ਵਾਪਰਦਾ, ਉਹਦੇ ਉੱਤੇ ਅਸੀਂ ਅੱਗੇ ਜਾ ਕੇ ਚਰਚਾ ਕਰਦੇ ਹਾਂ। ਇੱਕ ਹੋਰ ਸਵਾਲ ਨੇ ਰਾਹ ਮੱਲ ਲਿਆ, ਉਹ ਸੀਗਾ ਮਨੀਸ਼ ਤਿਵਾੜੀ ਦਾ ਕਾਂਗਰਸ ਤੇ ਹਮਲਾ ਕਰਨਾ ਤੇ ਭਾਜਪਾ ਦਾ ਉਹਦੇ ਤੇ ਪ੍ਰੈਸ ਕਾਨਫਰੰਸ ਵਰਗਾ ਪ੍ਰਬੰਧ ਕਰ ਲੈਣਾ। ਜਿਹੜੀ ਕਿਤਾਬ ਮਨੀਸ਼ ਤਿਵਾੜੀ ਨੇ ਲਿਖੀ ਆ ਉਹਦੇ 'ਚ ਕਾਂਗਰਸ ਤੇ ਬਖੀਏ ਉਹਦੇ ਅਜੇ ਬੀਤੇ ਕੱਲ ਹੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਟਾਰਗੇਟ ਤੇ ਕੀਤਾ ਸੀ, ਨਿਸ਼ਾਨੇ ਤੇ ਲਿਆ ਸੀ ਤੇ ਅੱਜ ਉਹ ਆਪਣੀ ਸਿਖਰਲੀ ਲੀਡਰਸ਼ਿਪ ਨੂੰ ਫਿਰ ਲੈਂਦੇ ਆ। ਦੂਜੇ ਪਾਸੇ ਤੁਰਨ ਦੀਆਂ ਕਨਸੋਆਂ ਨੇ ਰਾਹ ਮੋਕਲੇ ਕਰ ਲਏ ਗਏ ਆ। ਮਨੀਸ਼ ਤਿਵਾੜੀ ਪੰਜਾਬ ਦਾ ਵੱਡਾ ਹਿੰਦੂ ਚਿਹਰਾ ਨੇ ਔਰ ਕਾਮਯਾਬ ਤਰੀਨ ਲੋਕਾਂ 'ਚ ਆਉਂਦੇ ਨੇ ਸਿਆਸਤ ਦੇ ਵਿੱਚ। ਉਹਨਾਂ ਨੇ ਕੇਂਦਰ ਦੇ ਵਿੱਚ ਸੱਤਾ ਹੰਢਾਈ ਆ ਲੇਕਿਨ ਹੁਣ ਉਹਨਾਂ ਦਾ ਮਨ ਬਦਲ ਚੁੱਕਿਆ ਕਿ ਮਨੀਸ਼ ਤਿਵਾੜੀ ਭਾਜਪਾ 'ਚ ਜਾ ਰਹੇ ਨੇ। ਇਹ ਵੱਡਾ ਸਵਾਲ ਪੰਜਾਬ ਦਾ ਇੱਕ ਮੈਂਬਰ ਪਾਰਲੀਮੈਂਟ ਭਾਜਪਾ ਦਾ ਪੱਲਾ ਫੜੂਗਾ, ਆਉਂਦੇ ਦਿਨਾਂ 'ਚ ਭਾਜਪਾ ਨੂੰ ਵਿਸਥਾਰ ਮਿਲੂਗਾ। ਤੇ ਤੀਜਾ ਸਵਾਲ, ਅਹਿਮ ਸਵਾਲ, ਕੰਵਰ ਸੰਧੂ ਖਰੜ ਤੋਂ ਵਿਧਾਇਕ, ਆਮ ਆਦਮੀ ਪਾਰਟੀ ਦੇ ਅਧਿਕਾਰਤ ਵਿਧਾਇਕ ਮੁਅੱਤਲ ਚੱਲ ਰਹੇ ਨੇ। ਉਹ ਸੀਐਮ ਚਰਨਜੀਤ ਸਿੰਘ ਚੰਨੀ ਦੀ ਗੱਡੀ 'ਚ ਵੇਖੇ ਗਏ ਪੰਜਾਬ ਭਵਨ 'ਚ ਦਾਖਲ ਹੁੰਦਿਆਂ। ਇੱਕ ਮੀਡੀਆ ਸਮੂਹ ਦੇ ਪੱਤਰਕਾਰ ਨੇ ਉਹਨਾਂ ਦੀ ਫੋਟੋ ਖਿੱਚ ਲਈ, ਬੜੀ ਨਜ਼ਦੀਕੀਆਂ ਲੱਗ ਰਹੀਆਂ ਨੇ। ਖਰੜ ਦੇ ਵਿੱਚ ਚੰਨੀ ਸਾਹਿਬ ਦਾ ਆਪਣਾ ਬੜਾ ਨੇੜਲਾ ਵਾਹ ਵਾਸਤਾ ਹੈ। ਇਹ ਦੂਰੀਆਂ ਕਾਂਗਰਸ ਨੂੰ ਸਪੋਰਟ ਕਰਨਗੀਆਂ? ਕੰਵਰ ਸੰਧੂ ਕਾਂਗਰਸ ਦੇ ਬੇੜੇ 'ਚ ਸਵਾਰ ਹੋ ਰਹੇ ਨੇ ਜਾਂ ਅਜੇ ਸਿਰਫ ਮੈਚ ਰਸਮ ਤੱਕ ਸੀਮਤ ਹੈ? ਇਹ ਤਿੰਨ ਸਵਾਲਾਂ ਨਾਲ ਮੈਂ ਤੁਹਾਡੇ ਰੂਬਰੂ ਹਾਂ। ਸਭ ਤੋਂ ਪਹਿਲਾਂ ਕੇਜਰੀਵਾਲ ਭਗਵੰਤ ਮਾਨ ਨਾਲ ਖਫਾ ਕਿਉਂ ਨਾ ਹੋਣ? ਕੋਈ ਕਾਰਨ ਨਹੀਂ ਕਿ ਪ੍ਰੈਸ ਮੀਟ ਦੌਰਾਨ ਜੇ ਵਲੰਟੀਅਰ ਬੋਲਦੇ ਆ ਤਾਂ ਅੱਖ ਦਾ ਟੀਰ ਤਾਂ ਉਹਦੇ ਵੱਲ ਹੀ ਜਾਊ ਜਿਹਦਾ ਨਾਂ ਲਿਆ ਜਾ ਰਿਹਾ। ਕੇਜਰੀਵਾਲ ਦੇ ਮਨ 'ਚ ਕਿਤੇ ਇੰਜ ਲੱਗ ਰਿਹਾ ਤੁਹਾਨੂੰ ਕਿ ਇਹ ਸਿਖਾਏ ਹੋਏ ਲੋਕ ਸੀ ਜਾਂ ਪਹਿਲਾਂ ਤੋਂ ਵਿਉਂਤੀ ਹੋਈ ਇੱਕ ਮੂਵ ਸੀ ਜਿਹੜੀ ਮੌਕਾ ਵੇਖ ਕੇ ਚਲਾਤੀ ਗਈ? ਭਗਵੰਤ ਮਾਨ ਦਾ ਇਹ ਸਿਖਰਲਾ ਵਾਰ ਸੀ ਜਿਹਨੂੰ ਕੇਜਰੀਵਾਲ ਹਜਮ ਕਰ ਲੈਣਗੇ। ਇਹ ਵਿਗੜੇ ਰਿਸ਼ਤੇ ਤਾਂ ਨਹੀਂ ਕਿ ਅਗਲੀ ਮੀਟ ਦੇ ਵਿੱਚ ਟ੍ਰੇਡਰਸ ਨਾਲ ਮਿਲਣੀ ਦੇ ਦੌਰਾਨ ਭਗਵੰਤ ਮਾਨ ਨਾ ਸੱਜੇ ਨਾ ਖੱਬੇ ਨਜ਼ਰ ਆਏ, ਉਸ ਪ੍ਰੋਗਰਾਮ ਤੋਂ ਨਦਾਰਦ ਰਹੇ। ਮੈਂ ਪੁਖਤਾ ਕਰ ਲਿਆ ਕਿ ਉਹ ਇਸ ਪ੍ਰੋਗਰਾਮ 'ਚ ਨਹੀਂ ਗਏ, ਲੇਕਿਨ ਜੇ ਨਹੀਂ ਗਏ ਤਾਂ ਕੀ ਦਰਮਿਆਨ ਦੇ ਵਿੱਚ ਦੋਵਾਂ 'ਚ ਕੋਈ ਤਲਖ ਕਲਾਮੀ ਹੋਈ ਕਿ ਕੇਜਰੀਵਾਲ ਨੇ ਅੰਦਰ ਹੋਈ ਨਾਅਰੇਬਾਜ਼ੀ ਨੂੰ ਭਗਵੰਤ ਮਾਨ ਦੇ ਸਿਰ ਮੜਤਾ? ਰੰਧਾਵਾ ਜੀ, ਭਗਵੰਤ ਮਾਨ ਉਹਨਾਂ ਦੀ ਨਾਰਾਜ਼ਗੀ ਕਈ ਦਿਨਾਂ ਦੀ ਹੈਗੀ ਹੈ। ਤੁਹਾਨੂੰ ਯਾਦ ਹੋਏਗਾ ਜਦ ਦਿੱਲੀ ਦੇ ਵਿੱਚ ਨੈਸ਼ਨਲ ਲੈਵਲ ਦੀ ਕੇਜਰੀਵਾਲ ਨੇ ਮੀਟਿੰਗ ਬੁਲਾਈ ਸੀਗੀ, ਉਹਦੇ ਵਿੱਚ ਭਗਵੰਤ ਮਾਨ ਨਹੀਂ ਸੀ। ਔਰ ਉਸ ਮੀਟਿੰਗ ਦੇ ਵਿੱਚ ਕੇਜਰੀਵਾਲ ਨੇ ਇੱਕ ਗੱਲ ਕਹੀ ਸੀ ਕਿ ਸਾਡੀ ਪਾਰਟੀ ਦੇ ਵਿੱਚ ਅਗਰ ਕੋਈ ਪਦ ਦੀ ਇੱਛਾ ਰੱਖਦਾ ਤੇ ਉਹ ਪਾਰਟੀ ਦੇ ਵਿੱਚ ਆਪਣੇ ਕੰਮਾਂ ਦੇ ਆਧਾਰ ਤੇ ਅਗਰ ਪਦਾਂ ਦੀ ਆਸ ਰੱਖਦਾ ਤੇ ਠੀਕ ਹੈ, ਪਰ ਅਦਰਵਾਈਜ਼ ਕੋਈ ਪੋਸਟ ਮੰਗ ਕੇ ਲਏ ਉਹ ਅਸੀਂ ਬਰਦਾਸ਼ਤ ਨਹੀਂ ਕਰਦੇ। ਔਰ ਅੱਜ ਵੀ ਉਹ ਗੱਲ ਸਾਹਮਣੇ ਆਈ ਜਿਹੜੀ ਕਈ ਦਿਨਾਂ ਤੋਂ ਚੱਲਦੀ ਹੈ ਕਿ ਭਗਵੰਤ ਮਾਨ ਉਹਨਾਂ ਨੇ ਕੇਜਰੀਵਾਲ ਨੂੰ ਇਹ ਗੱਲ ਕਹੀ ਸੀ ਕਿ ਜੇ ਤੁਸੀਂ ਮੁੱਖ ਮੰਤਰੀ ਦੇ ਕੈਂਡੀਡੇਟ ਪੰਜਾਬ ਵਿੱਚ ਬਣਦੇ ਹੋ ਤੇ ਮੈਂ ਫਿਰ ਨੰਬਰ 2 ਬਰਦਾਸ਼ਤ ਕਰ ਲਾਂਗਾ, ਪਰ ਅਗਰ ਕਿਸੇ ਹੋਰ ਨੂੰ ਤੁਸੀਂ ਮੁੱਖ ਮੰਤਰੀ ਵਜੋਂ ਪ੍ਰੋਜੈਕਟ ਕਰੋਗੇ ਮੇਰੇ ਹੁੰਦੇ ਹੋਏ ਤੇ ਮੇਰੇ ਵਾਸਤੇ ਮੁਸ਼ਕਿਲ ਹੋਏਗੀ। ਇੱਕ ਗਾਣਾ ਵੀ ਹੈਗਾ ਜਿਹਦਾ ਪਤਾ ਨਹੀਂ ਕਿ ਅਗਰ ਤੁਮ ਮੁਝਸੇ ਪਿਆਰ ਕਰੋਗੀ ਤਾਂ ਠੀਕ ਹੈ, ਕਿਸੇ ਹੋਰ ਸੇ ਕਰੋਗੀ ਤਾਂ ਮੁਸ਼ਕਿਲ ਹੋਗੀ। ਤਾਂ ਉਹ ਮੁਸ਼ਕਿਲ ਤੇ ਅੱਜ ਨਜ਼ਰ ਆਈ। ਅੱਜ ਜਦ ਪ੍ਰੈਸ ਕਾਨਫਰੰਸ ਚੱਲ ਰਹੀ ਸੀਗੀ ਉਸ ਦੌਰਾਨ ਜਦ ਸਵਾਲ ਪੱਤਰਕਾਰਾਂ ਨੇ ਪੁੱਛਿਆ ਕਿ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ ਤੇ ਕੇਜਰੀਵਾਲ ਉਹਨਾਂ ਨੇ ਇਹ ਤੇ ਕਿਹਾ ਕਿ ਮੈਂ ਨਹੀਂ ਹੋਊਂਗਾ,
ਪਰ ਨਾਲ ਦੇ ਨਾਲ ਵੋਲੰਟੀਅਰਸ ਨੇ ਨਾਅਰੇਬਾਜ਼ੀ ਸ਼ੁਰੂ ਕਰਤੀ ਭਗਵੰਤ ਮਾਨ ਦੀ ਸਪੋਰਟ ਦੇ ਵਿੱਚ, ਜੋ ਸ਼ਾਇਦ ਕੇਜਰੀਵਾਲ ਉਹਨਾਂ ਨੂੰ ਪਸੰਦ ਨਹੀਂ ਆਈ, ਪਰ ਉੱਥੇ ਤੇ ਉਹ ਮੌਕਾ ਸਾਂਭ ਗਏ। ਪਰ ਕਹਿੰਦੇ ਹੈ ਕਿ ਬਾਅਦ ਚੋਂ ਉਹਨਾਂ ਨੇ ਭਗਵੰਤ ਮਾਨ ਨੂੰ ਕਾਫੀ ਲਤਾੜਿਆ ਸ਼ਬਦ ਜ਼ਿਆਦਾ ਨਹੀਂ ਕਹਿ ਰਿਹਾ ਮੈਂ, ਕਾਰਨ ਕਿ ਕੇਜਰੀਵਾਲ ਉਹਨਾਂ ਦਾ ਲਤਾੜਨ ਦਾ ਅੰਦਾਜ਼ ਅਸੀਂ ਤੁਸੀਂ ਸਾਰੇ ਜਾਣਦੇ ਹਾਂ। ਉਹਨਾਂ ਦੇ ਵੱਡੇ ਵੱਡੇ ਆਗੂ ਜਿਹੜੇ ਕਦੀ ਉਹਨਾਂ ਦੇ ਨਾਲ ਤੁਰੇ ਸੀਗੇ, ਅੱਜ ਉਹ ਕੋਈ ਵੀ ਉਹਨਾਂ ਦੇ ਨਾਲ ਨਹੀਂ ਹੈਗਾ। ਔਰ ਅੱਜ ਨਹੀਂ ਮੈਂ ਸਿਰਫ ਇੱਕ ਚੀਜ਼ ਤੁਹਾਨੂੰ ਪਲ ਦੀ ਪਲ ਹੀ ਰੋਕ ਲਵਾਂ। ਭਗਵੰਤ ਮਾਨ ਦਾ ਅਗਲੇ ਪ੍ਰੋਗਰਾਮ 'ਚ ਸ਼ਾਮਲ ਨਾ ਹੋਣਾ, ਹਾਜ਼ਰ ਨਾ ਹੋਣਾ, ਕਿਉਂਕਿ ਅਸੀਂ ਮੌਕੇ ਤੇ ਸੀ ਨਹੀਂ, ਔਰ ਅਸੀਂ ਇਸ ਗੱਲ ਦੀ ਤਸਦੀਕ ਨਹੀਂ ਕਰਦੇ ਕਿ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕੀ ਕਿਹਾ। ਲੇਕਿਨ ਭਗਵੰਤ ਮਾਨ ਦਾ ਕੇਜਰੀਵਾਲ ਨੂੰ ਏਅਰਪੋਰਟ ਤੱਕ, ਜਿਹਨੂੰ ਕਹਿੰਦੇ ਹੁੰਦੇ ਨਾ, ਉਹ ਤਾਂ ਅਖੀਰਲੀ ਬੱਸ ਚੜਾ ਕੇ ਆਉਂਦੇ ਹੁੰਦੇ ਆ, ਲੇਕਿਨ ਦੂਜੇ ਪ੍ਰੋਗਰਾਮ ਚੋਂ ਪਾਸੇ ਹੋ ਜਾਣਾ, ਕੀ ਕੋਈ ਤਲਖ ਕਲਾਮੀ ਹੋਈ ਆ? ਅਸੀਂ ਸਵਾਲ ਖੜਾ ਕਰ ਰਹੇ ਆ, ਇਹਦੀ ਤਸਦੀਕ ਨਹੀਂ ਕਰ ਰਹੇ ਕਿ ਉਹਨਾਂ ਦੋਨਾਂ 'ਚ ਹੋਇਆ, ਲੇਕਿਨ ਸੰਕੇਤ ਇਹ ਨੇ ਕਿ ਭਗਵੰਤ ਮਾਨ ਨਾਲ ਕੇਜਰੀਵਾਲ ਨਾਰਾਜ਼ ਹੋਏ ਔਰ ਉਹਨਾਂ ਨੇ ਇਹ ਗੱਲ ਨੂੰ ਮੰਨਿਆ ਕਿ ਸ਼ਾਇਦ ਇਹ ਮੂਵ ਪਹਿਲਾਂ ਤੋਂ ਨਿਰਧਾਰਤ ਸੀ, ਪ੍ਰੀ ਪਲਾਨਡ ਸੀ। ਜੀ ਬਿਲਕੁਲ ਠੀਕ ਕਹਿ ਰਹੇ ਹੋ, ਅਸੀਂ ਇਸ ਗੱਲ ਦੀ ਬਿਲਕੁਲ ਪੁਸ਼ਟੀ ਨਹੀਂ ਕਰ ਸਕਦੇ ਵੀ ਲਤਾੜਿਆ ਕਿ ਨਹੀਂ ਲਤਾੜਿਆ, ਪਰ ਉਸ ਲਤਾੜਨ ਦੀ ਪੁਸ਼ਟੀ ਆਪਣੇ ਆਪ ਹੋ ਜਾਂਦੀ ਹੈ ਜਦ ਭਗਵੰਤ ਮਾਨ ਅਗਲੇ ਪ੍ਰੋਗਰਾਮ ਦੇ ਵਿੱਚ ਗਾਇਬ ਨਜ਼ਰ ਆਉਂਦੇ ਨੇ। ਪਾਰਟੀ ਦਾ ਸੁਪਰੀਮੋ ਪੰਜਾਬ ਵਿੱਚ ਹੋਏ, ਸੂਬੇ ਦਾ ਪ੍ਰਧਾਨ ਉਹਨਾਂ ਦੇ ਨਾਲ ਨਾ ਹੋਏ, ਤੇ ਤੁਸੀਂ ਆਪਣੇ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਦੋਨੋਂ ਪ੍ਰੋਗਰਾਮਾਂ ਦੇ ਵਿੱਚ ਕੁਝ ਨਾ ਕੁਝ ਐਦਾਂ ਦਾ ਹੋਇਆ। ਔਰ ਦੂਜੇ ਪਾਸੇ ਸਿੱਧੂ ਦੀ ਤਾਰੀਫ ਕਰਨਾ ਕੇਜਰੀਵਾਲ ਦਾ, ਔਰ ਸਿੱਧੂ ਉਹਨਾਂ ਦਾ ਵੀ ਪੰਜਾਬ ਮਾਡਲ ਯਾਦ ਕਰੋ ਕਿ ਉਸ ਕੱਲ ਦੇ ਲੁਧਿਆਣੇ ਦੇ ਪ੍ਰੋਗਰਾਮ ਦੇ ਵਿੱਚ ਜਦ ਕੇਜਰੀਵਾਲ ਉਹਨਾਂ ਦੀ ਗੱਲ ਕਰ ਰਹੇ ਸੀਗੇ ਸਿੱਧੂ ਹੋਣਾ, ਤੇ ਕੇਜਰੀਵਾਲ ਸਾਹਿਬ ਕਹਿ ਕੇ ਗੱਲ ਕਰ ਰਹੇ ਸੀਗੇ ਵੀ ਕੇਜਰੀਵਾਲ ਸਾਹਿਬ ਦਾ ਮਾਡਲ ਹੈ, ਕੇਜਰੀਵਾਲ ਸਾਹਿਬ ਹੈ, ਤੇ ਦੂਜੇ ਪਾਸੇ ਸਿੱਧੂ ਹੋਰਾਂ ਦੀ ਤਾਰੀਫ ਕੇਜਰੀਵਾਲ ਦਾ ਕਰਨਾ। ਅਗਰ ਤੁਸੀਂ ਡਾਟ ਤੋਂ ਡਾਟ ਕਨੈਕਟ ਕਰੋ ਤੇ ਕੁਝ ਨਾ ਕੁਝ ਤੇ ਹੈਗਾ ਜਿਹੜਾ ਚੱਲ ਰਿਹਾ। ਔਰ ਅੱਜ ਜਦ ਪੱਤਰਕਾਰਾਂ ਨੇ ਪੁੱਛਿਆ ਉਸ ਗੱਲ ਦਾ ਜਵਾਬ, ਜਦ ਕੇਜਰੀਵਾਲ ਇਹ ਕਹਿ ਰਹੇ ਸੀਗੇ ਕਿ 25 ਕੁ ਐਮਐਲਏ ਉਹ ਸਾਡੇ ਟੱਚ 'ਚ ਹੈ, ਔਰ 2-3 ਐਮਪੀ ਕਾਂਗਰਸ ਦੇ ਉਹ ਵੀ ਸਾਡੇ ਟੱਚ 'ਚ ਹੈ, ਅਗਰ ਅੱਜ ਸ਼ਾਮ ਨੂੰ ਕਹੋ ਤੇ ਅਸੀਂ ਅੱਜ ਸ਼ਾਮ ਨੂੰ ਸ਼ਾਮਿਲ ਕਰਾ ਸਕਦੇ ਹਾਂ, ਪਰ ਅਸੀਂ ਕਾਂਗਰਸ ਦਾ ਕਚਰਾ ਸ਼ਬਦ ਉਹਨਾਂ ਨੇ ਕਚਰਾ ਯੂਜ਼ ਕੀਤਾ ਸੀਗਾ, ਅਸੀਂ ਲੈਣਾ ਨਹੀਂ ਚਾਹੁੰਦੇ, ਅਸੀਂ ਰੇਸ 'ਚ ਪੈਣਾ ਨਹੀਂ ਚਾਹੁੰਦੇ। ਫਿਰ ਕਿਸੇ ਨੇ ਸਵਾਲ ਪੁੱਛਿਆ ਕਿ ਸਿੱਧੂ ਵੀ ਉਹਨਾਂ ਦੇ ਵਿੱਚ ਹੈਗੇ ਆ, ਤੇ ਇਸ ਗੱਲ ਦਾ ਬਿਨਾਂ ਜਵਾਬ ਦਿੱਤੇ ਉਹ ਅਗਲੇ ਸਵਾਲ ਵੱਲ ਤੁਰ ਗਏ। ਹੁਣ ਗੱਲ ਰਹੀ ਭਗਵੰਤ ਮਾਨ ਦੀ। ਦੇਖੋ ਭਗਵੰਤ ਮਾਨ ਉਹਨਾਂ ਦਾ ਹੱਕ ਤੇ ਬਣਦਾ ਹੈ, ਪਰ ਉਹ ਹੱਕ ਹਿੱਕ ਤੇ ਲੱਤ ਰੱਖ ਕੇ ਲੈਣ, ਧਮਕਾ ਕੇ ਲੈਣ, ਉਹ ਕਿਸੇ ਨਾ ਕਿਸੇ ਜਗ੍ਹਾ ਕੇਜਰੀਵਾਲ ਉਹਨਾਂ ਦੇ ਸੁਭਾਅ ਦੇ ਵਿੱਚ ਨਹੀਂ ਹੈਗਾ ਕਿ ਕੇਜਰੀਵਾਲ ਤੋਂ ਇਸ ਮੁੱਦੇ ਤੇ ਦਬਦੇ ਨਜ਼ਰ ਆਣ। ਜਿਹੜੇ ਪੁਰਾਣੇ ਇਨਸੀਡੈਂਟਸ ਹੈਗੇ ਹੈ ਆਮ ਆਦਮੀ ਪਾਰਟੀ ਦੇ, ਉਹਦੇ ਵਿੱਚ ਇੱਕ ਵੀ ਬੰਦਾ ਏਦਾਂ ਦਾ ਨਹੀਂ ਨਜ਼ਰ ਆਇਆ ਜਿਨ੍ਹਾਂ ਨੇ ਕੇਜਰੀਵਾਲ ਤੋਂ ਆਪਣਾ ਹੱਕ ਛਿਨਿਆ ਹੋਏ ਜਾਂ ਅੱਖਾਂ ਵਿਖਾਈਆਂ, ਵੀ ਨਹੀਂ ਮਿਲਿਆ ਜਾਂ ਅੱਖਾਂ ਵਿਖਾਈਆਂ। ਹਾਂ, ਇਹ ਹਾਲਾਤ ਉਸ ਪਾਸੇ ਜਾ ਰਹੇ ਨੇ। ਔਰ ਭਗਵੰਤ ਮਾਨ ਦੀ ਨਾਰਾਜ਼ਗੀ ਇੱਕ ਵਾਰ ਹੋਰ ਅੱਜ ਉਜਾਗਰ ਹੋਈ। ਵੈਸੇ ਤੇ ਉਹ ਕਈ ਦਿਨਾਂ ਤੋਂ ਪਾਰਟੀ ਦੇ ਹੋਰ ਪ੍ਰੋਗਰਾਮਾਂ ਦੇ ਵਿੱਚ ਨਜ਼ਰ ਨਹੀਂ ਆਉਂਦੇ। ਤੁਸੀਂ ਇਹ ਦੇਖੋ ਕਿ ਹਰਪਾਲ ਚੀਮਾ ਉਹਨਾਂ ਨੇ ਇਕੱਲੇ ਹੀ ਮੋਰਚਾ ਸਾਂਭਿਆ ਹੋਇਆ ਹੈ। ਬਹੁਤ ਸਾਰੇ ਇਸ ਤਰ੍ਹਾਂ ਦੇ ਮੁੱਦੇ ਪਿਛਲੇ ਕੁਝ ਦਿਨਾਂ ਤੇ ਆਏ, ਜਦ ਭਗਵੰਤ ਮਾਨ ਉਹਨਾਂ ਮੁੱਦਿਆਂ ਨੂੰ ਛੇੜਦੇ ਜਾਂ ਉਹਨਾਂ ਮੁੱਦਿਆਂ ਤੇ ਗੱਲ ਕਰਦੇ ਤੇ ਸ਼ਾਇਦ ਹੋਰ ਵੀ ਪ੍ਰਭਾਵੀ ਢੰਗ ਨਾਲ ਕਰ ਸਕਦੇ ਸੀਗੇ, ਪਰ ਚੀਮਾ ਉਹਨਾਂ ਨੂੰ ਮੋਰਚਾ ਸੰਭਾਲਣਾ ਪਿਆ। ਉਹਦੇ ਪਿੱਛੇ ਵੀ ਨਾਰਾਜ਼ਗੀ ਭਗਵੰਤ ਮਾਨ ਉਹਨਾਂ ਦੀ ਸੀਗੀ। ਅਸੀਂ ਉਹਨਾਂ ਦੀ ਨਾਰਾਜ਼ਗੀ ਨੂੰ ਗਲਤ ਨਹੀਂ ਕਹਿ ਰਹੇ, ਪਰ ਪਾਰਟੀ ਦਾ ਇੰਟਰਨਲ ਮੈਟਰ ਹੈ। ਜੇ ਤੁਸੀਂ ਪਾਰਟੀ ਨੂੰ ਧਮਕੀ ਦੇ ਰਹੇ ਹੋ ਔਰ ਤੁਸੀਂ ਆਪਣੇ ਪਾਰਟੀ ਦੇ ਸੁਪਰੀਮੋ ਨੂੰ ਜਾਣਦੇ ਹੋ ਉਹ ਕਿਸੇ ਧਮਕੀ ਦੇ ਅੰਡਰ ਨਹੀਂ ਆਉਂਦਾ, ਤੇ ਹੁਣ ਜਿੱਦਾਂ ਅਸੀਂ ਪਹਿਲੇ ਵੀ ਇਸ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰ ਚੁੱਕੇ ਹਾਂ ਕਿ ਅੱਟੀ ਵੱਟਾ ਤੇ ਨਹੀਂ ਹੋ ਰਿਹਾ ਕਿ ਸਿੱਧੂ ਇੱਥੇ ਤੇ ਭਗਵੰਤ ਮਾਨ ਕਾਂਗਰਸ ਵੱਲ, ਔਰ ਭਗਵੰਤ ਮਾਨ ਨੂੰ ਕਾਂਗਰਸ ਵੱਲ ਜਾਣ ਦਾ ਵੀ ਬਹੁਤਾ ਫਾਇਦਾ ਇਸ ਕਰਕੇ ਨਹੀਂ ਨਜ਼ਰ ਆਉਂਦਾ ਕਿ ਉੱਥੇ ਵੀ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਦੀ ਤਰਫ ਨਜ਼ਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਵੀ ਇੱਕ ਪਾਰਟੀ ਤਿਆਰ ਹੋ ਰਹੀ ਹੈ, ਕੈਪਟਨ ਅਮਰਿੰਦਰ ਸਿੰਘ ਦੀ, ਉੱਥੇ ਤੇ ਨਹੀਂ ਭਗਵੰਤ ਮਾਨ ਆਪਣੀ ਰਾਹ ਦੇਖ ਰਹੇ। ਚਲੋ ਇਹ ਕਹਿਣਾ ਤੇ ਹਜੇ ਬਹੁਤ ਜਲਦੀ ਹੋਏਗਾ, ਪਰ ਭਗਵੰਤ ਮਾਨ ਉਹਨਾਂ ਦਾ ਅੱਜ ਨਾਰਾਜ਼ ਹੋਣਾ, ਉਹਨਾਂ ਨੂੰ ਏਅਰਪੋਰਟ ਛੱਡਣ ਨਾ ਜਾਣਾ, ਉਸ ਵਪਾਰੀਆਂ ਦੀ ਮੀਟਿੰਗ ਦੇ ਵਿੱਚ ਨਾ ਸ਼ਾਮਿਲ ਹੋਣਾ, ਇਹ ਸਾਫ਼ ਇਸ ਨਾਰਾਜ਼ਗੀ ਨੂੰ ਦਰਸਾਉਂਦਾ ਹੈ। ਔਰ ਉਹਦੀ ਨਾਰਾਜ਼ਗੀ ਨੂੰ ਮਾਲਵੇ ਦੇ ਵਿੱਚ ਕਾਫੀ ਐਮਐਲਏ ਨੇ ਵੀ ਸਪੋਰਟ ਕੀਤਾ ਸੀਗਾ। ਤੁਹਾਨੂੰ ਯਾਦ ਹੋਏਗਾ ਜਦ ਰੂਬੀ ਉਹਨਾਂ ਛੱਡ ਕੇ ਗਏ ਸੀ ਤੇ ਉਹਨਾਂ ਨੇ ਮੇਨ ਰੀਜ਼ਨ ਇਹੀ ਦਿੱਤਾ ਸੀਗਾ ਕਿ ਭਗਵੰਤ ਮਾਨ ਵਰਗੇ ਲੀਡਰ ਨੂੰ ਮੁੱਖ ਮੰਤਰੀ ਦੇ ਵਾਸਤੇ ਪ੍ਰੋਜੈਕਟ ਨਾ ਕਰਨਾ, ਇਹ ਵੀ ਪਾਰਟੀ ਦੀ ਗਲਤੀ ਸੀ। ਔਰ
ਬੜੀ ਪ੍ਰੋੜਤਾ ਨਾਲ ਉਹ ਕਈ ਵਾਰ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਨੂੰ ਐਲਾਨ ਚੁੱਕੀ ਸੀ ਕਿ ਪਾਰਟੀ ਨੂੰ ਅਪੀਲ ਕਰ ਚੁੱਕੀ ਸੀ ਕਿ ਭਗਵੰਤ ਮਾਨ ਨੂੰ ਸੀਐਮ ਵਾਸਤੇ ਪ੍ਰੋਜੈਕਟ ਪਾਰਟੀ ਨੂੰ ਕਰਨਾ ਚਾਹੀਦਾ ਹੈ। ਔਰ ਇਸ ਗੱਲ ਨੂੰ ਸੀਐਮ ਪ੍ਰੋਜੈਕਟ ਨਾ ਕਰਨ ਵਾਲੀ ਗੱਲ ਨੂੰ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਇਹ ਪਾਰਟੀ ਦੀ ਗਲਤੀ ਹੈਗੀ ਹੈ, ਜੇ ਟਾਈਮਲੀ ਸੀਐਮ ਨੂੰ ਪ੍ਰੋਜੈਕਟ ਕਰਨਗੇ ਤਾਂ ਫਾਇਦਾ ਹੋਏਗਾ। ਚਲੋ ਇਹ ਤੇ ਹੁਣ ਕੇਜਰੀਵਾਲ ਦਾ ਇਖਤਿਆਰ ਹੈਗਾ ਕਿ ਕਿਹਨੂੰ ਸੀਐਮ ਪ੍ਰੋਜੈਕਟ ਕਰਦੇ ਨੇ, ਪਰ ਭਗਵੰਤ ਮਾਨ ਦੀ ਨਾਰਾਜ਼ਗੀ ਅੱਜ ਇੱਕ ਵਾਰ ਫੇਰ ਵੱਡੇ ਪੱਧਰ ਤੇ ਉਜਾਗਰ ਹੋਈ ਜਦ ਉਹ ਕੇਜਰੀਵਾਲ ਉਹਨਾਂ ਨਾਲ ਨਹੀਂ ਦੇਖੇ ਗਏ। ਹਾਂ ਬਿਲਕੁਲ ਬਿਲਕੁਲ। ਔਰ ਖਾਸ ਤੌਰ ਤੇ ਜੇ ਮੈਂ, ਕਿਉਂਕਿ ਮੈਂ ਅੰਮ੍ਰਿਤਸਰ ਦੇ ਵਿੱਚ ਐ, ਮੈਂ ਥੋੜਾ ਜਿਹਾ ਦਰੁਸਤ ਕਰ ਦਿਆਂ ਕਿ ਉਹਨਾਂ ਦੇ ਵਾਪਸੀ ਵੇਲੇ ਦਾ ਮੰਜ਼ਰ ਜਾਂ ਸੀਨ ਸਾਹਮਣੇ ਨਹੀਂ ਆਇਆ ਕਿ ਭਗਵੰਤ ਮਾਨ ਉੱਥੇ ਸੀਗੇ 에ਅਰਪੋਰਟ ਤੇ, ਜਾਂ ਉਹਨਾਂ ਨੂੰ ਛੱਡਣ ਗਏ ਕਿ ਨਹੀਂ ਗਏ, ਔਰ ਉਹ ਕੇਜਰੀਵਾਲ ਕਦੋਂ ਗਏ, ਕਿਹੜੀ ਫਲਾਈਟ 'ਚ ਗਏ, ਇਹਦਾ ਵੇਰਵਾ ਸਾਡੇ ਕੋਲ ਨਹੀਂ ਗਾ। ਭਾਸਕਰ ਸਾਹਿਬ ਨੇ ਇਹ ਗੱਲ ਜ਼ਰੂਰ ਕੀਤੀ ਆ, ਲੇਕਿਨ ਅਸੀਂ ਮਾਜਰਤ ਚਾਹੁੰਦੇ ਆ। ਜਿਹੜਾ ਤੁਰੰਤ ਅਗਲਾ ਪ੍ਰੋਗਰਾਮ ਸੀਗਾ ਪ੍ਰੈਸ ਮਿਲਣੀ ਤੋਂ ਬਾਅਦ, ਉਹਦੇ ਵਿੱਚ ਭਗਵੰਤ ਮਾਨ ਦਾ ਨਾਂ ਜਾਣਾ ਔਰ ਗਰਮ ਮੌਕੇ ਤੇ ਗੱਲ ਹੋਈ ਹੋਣ ਦਾ ਇੱਕ ਸੂਚਕ ਹੈ ਕਿ ਉਸੇ ਵੇਲੇ ਕੇਜਰੀਵਾਲ ਸਾਹਿਬ ਦੀ ਕਿਸੇ ਟਿੱਪਣੀ ਨਾਲ ਭਗਵੰਤ ਮਾਨ ਦੇ ਦਿਲ ਤੇ ਲੱਗੀ, ਜਾਂ ਭਗਵੰਤ ਮਾਨ ਉਥੋਂ ਮੁਨਾਸਬ ਨਹੀਂ ਸਮਝਿਆ ਉਹਨਾਂ ਨੇ ਅੱਗੇ ਜਾਣਾ। ਕੁਝ ਨਾ ਕੁਝ ਦਾਲ ਦੇ ਵਿੱਚ ਕਾਲਾ ਤਾਂ ਹੈ। ਜਦੋਂ ਇਹਦੇ ਤੇ ਗਾਂ ਹੋਰ ਇਨਪੁਟਸ ਆਉਂਦੀਆਂ ਤੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੰਕੇਤ ਤੇ ਸੂਚਕ ਤਾਂ ਇਹੀ ਨੇ ਕਿ ਗੱਲ ਤਾਂ ਕੁਝ ਵਿਗੜੀ ਹੈ, ਦੋਨਾਂ ਦੇ ਰਿਸ਼ਤਿਆਂ ਦੇ ਵਿੱਚ ਖਟਾਸ ਤਾਂ ਆਈ ਹੈ। ਕੇਜਰੀਵਾਲ ਨੂੰ ਇਹ ਗੱਲਾਂ ਬਹੁਤੀਆਂ ਪਸੰਦ ਨਹੀਂ। ਧਰਮਵੀਰ ਗਾਂਧੀ ਹੋਣ, ਹਰਿੰਦਰ ਖਾਲਸਾ ਹੋਣ, ਸੁੱਚਾ ਸਿੰਘ ਛੋਟੇਪੁਰ ਹੋਣ, ਸੁਖਪਾਲ ਖਹਿਰਾ ਹੋਣ, ਤੇ ਦਿੱਲੀ ਵਾਲੇ ਪਾਸਿਓਂ ਤੁਸੀਂ ਪ੍ਰਸ਼ਾਂਤ ਭੂਸ਼ਣ, ਕੁਮਾਰ ਵਿਸ਼ਵਾਸ ਜਾਂ ਜੋਗਿੰਦਰ ਯਾਦਵ, ਕਿਹਦਾ ਨਾਂ ਲਓਗੇ। ਜਿੱਥੇ ਜਿੱਥੇ ਵੀ ਕਿਸੇ ਨੇ, ਬਾਅਦ ਦੇ ਵਿੱਚ ਇੱਕ ਹੋਰ ਵੱਡੇ ਜਰਨਲਿਸਟ ਵੀ ਆਏ ਸੀ ਜਿਹੜੇ ਵਾਪਸ ਪੱਤਰਕਾਰਤਾ ਮੁੜ ਗਏ, ਅੱਜ ਕੱਲ੍ਹ ਉਹ ਆਪਣਾ YouTube, ਆਸ਼ੂਤੋਸ਼। ਸੋ ਕੇਜਰੀਵਾਲ ਚੁੱਪ ਕਰ ਜਾਂਦੇ ਆ, ਬੋਲਣਾ ਬੰਦ ਕਰ ਦਿੰਦੇ ਆ, ਟਿੱਪਣੀ ਨਹੀਂ ਦਿੰਦੇ। ਲੇਕਿਨ ਜਿੱਥੇ ਕਿਤੇ ਗੱਲ ਅੜ ਗਈ ਦਿਲ 'ਚ, ਜਾਂ ਕਿਧਰੇ ਅੰਦਰ ਪਾਲ ਲਈ ਗੱਲ, ਤੇ ਫਿਰ ਉਹਨੂੰ ਪਾਲੀ ਜਾਂਦੇ ਆ, ਉਹਨੂੰ ਪਾਣੀ ਪਾਈ ਜਾਂਦੇ ਆ, ਤੇ ਉਹ ਜਿਹੜੀ ਆਪਸੀ ਰੰਜਿਸ਼ ਅੱਗੇ ਵੱਧਦੀ ਜਾਂਦੀ ਆ। ਹੁਣ ਤੱਕ ਭਗਵੰਤ ਮਾਨ ਨਾਲ ਰਿਸ਼ਤੇ ਅੱਛੇ ਰਹੇ ਆ। ਜਦੋਂ ਵੀ ਭਗਵੰਤ ਮਾਨ ਟੇਢੇ ਹੋਏ, ਪਾਰਟੀ ਨੇ ਮਨਾ ਲਏ, ਕਦੇ ਮਜ਼ਾਕ ਕਰਕੇ, ਕਦੇ ਹੱਥ ਫੇਰ ਕੇ, ਕਦੇ ਬਾਂਹ ਮਰੋੜ ਕੇ। ਲੇਕਿਨ ਐਤਕੀ ਭਗਵੰਤ ਮਾਨ ਲਈ ਅੱਗੇ 2024 ਦਾ ਰਾਹ, ਇਹਦੇ ਵਿੱਚ ਹੋ ਸਕਦਾ ਵੀ ਕੇਜਰੀਵਾਲ ਨਾਲ ਉਹਨਾਂ ਦੀ ਵੀ ਚੁੱਪ ਜੀ ਵੱਟੀ ਰਹਿ ਜੇ, ਕਿਉਂਕਿ ਭਗਵੰਤ ਮਾਨ ਵੀ ਨਹੀਂ ਚਾਹੁੰਗੇ ਕਿ ਉਹ ਐਮਪੀਸ਼ਿਪ ਛੱਡ ਦੇਣ। ਹਾਂ, ਬੀਜੇਪੀ ਨਾਲ ਉਹਨਾਂ ਦੀ ਨੇੜਤਾ ਨਜ਼ਰ ਆ ਸਕਦੀ, ਜੇ ਕੇਜਰੀਵਾਲ ਵੱਲੋਂ ਅੱਖ ਬੰਦ ਹੋ ਗਈ ਤਾਂ ਫਿਰ ਉਹ ਵੀ ਆਸਾਨੀ ਨਾਲ ਆਪਣਾ ਟਨਿਓਰ ਪੂਰਾ ਕਰ ਲੈਣਗੇ, ਜਿਵੇਂ ਗਾਂਧੀ ਕਰ ਗਏ, ਖਾਲਸਾ ਕਰ ਗਏ। ਹੁਣ ਮੈਂ ਅੱਗੇ ਆਵਾਂ, ਜਦੋਂ ਤੁਸੀਂ ਕਹਿ ਰਹੇ ਹੋ ਕਿ 25 MLAs ਦੀ ਗੱਲ ਤੇ 2-3 ਮੈਂਬਰ ਪਾਰਲੀਮੈਂਟਸ ਦੀ ਗੱਲ ਕਰ ਗਏ ਨੇ ਕੇਜਰੀਵਾਲ ਸਾਹਿਬ, ਤਾਂ ਜਿਹੜੇ ਉਹਨਾਂ ਦੇ MLA ਆ, ਸੁੱਖ ਨਾਲ ਕੰਵਰ ਸੰਧੂ ਇੱਕ ਵੱਡਾ ਨਾਂ, ਜਿਨ੍ਹਾਂ ਨੇ ਚੋਣ ਮੈਨੀਫੈਸਟੋ ਬਣਾਇਆ ਸੀ। ਕੰਵਰ ਸੰਧੂ ਪੰਜਾਬ ਦੇ ਪੱਤਰਕਾਰੀ ਘੇਰਿਆਂ ਦੇ ਵਿੱਚ ਸਭ ਤੋਂ ਸਨਮਾਨਯੋਗ ਨਾਂ ਹੈ, ਤੇ ਰਾਜਨੀਤੀ ਦੇ ਵਿੱਚ ਬੇਸ਼ੱਕ ਉਹ ਨਵੇਂ ਆ, ਲੇਕਿਨ ਹੁਣ ਚਿਹਰਾ ਕੋਈ ਨਵਾਂ ਨਹੀਂ ਰਿਹਾ। ਵਿਧਾਨ ਸਭਾ 'ਚੋਂ ਜਦੋਂ ਵੀ ਬੋਲਿਆ, ਭਾਵਪੂਰਤ ਬੋਲਿਆ, ਮੁੱਦਿਆਂ ਤੇ ਬੋਲਿਆ। ਉਹ ਜਦੋਂ ਬੇਅਦਬੀ ਮਾਮਲਿਆਂ ਤੇ ਸਪੈਸ਼ਲ ਸੈਸ਼ਨ ਹੋਇਆ ਸੀ, ਉਦੋਂ ਵੀ ਚੰਗਾ ਬੋਲੇ ਸੀ। ਐਤਕੀ ਉਹਨਾਂ ਮਨਪ੍ਰੀਤ ਬਾਦਲ ਦੇ ਸਾਹ ਸੁਕਾਤੇ, ਉਹ ਅੱਜ ਚੰਨੀ ਦੀ ਗੱਡੀ 'ਚ ਵੇਖੇ ਗਏ। ਹੁਣ ਚੰਨੀ ਤੇ ਮਨਪ੍ਰੀਤ ਬਾਦਲ ਦੇ ਰਿਸ਼ਤੇ ਬੜੇ ਮੋਕਲੇ ਤੇ ਸੋਹਣੇ ਆ। ਚੰਨੀ ਸਾਹਿਬ ਖਰੜ ਨਾਲ ਸੰਬੰਧ ਰੱਖਦੇ ਆ, ਔਰ ਕੇਜਰੀਵਾਲ ਸਾਹਿਬ ਕਹਿੰਦੇ ਮੈਂ 25 ਪੱਟਣ ਨੂੰ ਫਿਰਦਾ, ਉਹਨਾਂ ਨੇ ਜਿਹੜੇ ਰਹਿੰਦੇ ਉਹ ਵੀ ਪੱਟ ਲੈਣੇ ਲੱਗਦੇ। ਸੋ ਕੰਵਰ ਸੰਧੂ ਦਾ, ਕਿਉਂਕਿ ਤੁਸੀਂ ਕੰਵਰ ਸੰਧੂ ਨੂੰ ਜਾਣਦੇ ਹੋ, ਪੱਤਰਕਾਰਤਾ 'ਚ ਤੁਹਾਡੇ ਰਿਸ਼ਤੇ ਰਹੇ ਨੇ ਸਾਰਿਆਂ ਦੇ, ਮੈਨੂੰ ਜ਼ਰੂਰ ਦੱਸੋ ਕਿ ਇਹ ਕੰਵਰ ਸੰਧੂ ਕਾਂਗਰਸ ਦੇ ਬੇੜੇ ਦੇ ਵਿੱਚ ਕਦੋਂ ਕੁ ਦਿਸਣਗੇ ਅਫੀਸ਼ੀਅਲੀ, ਜਾਂ ਇਹ ਮਹਿਜ ਰਸਮ ਤੱਕ ਸੀਮਤ ਸੀ, ਕਿਸੇ ਨਿੱਜੀ ਕੰਮ ਲਈ ਗਏ ਹੋਣਗੇ। ਖਬਰ ਤਾਂ ਖਬਰ ਹੁੰਦੀ ਆ, ਉੱਡੀ ਜਾਂਦੀ ਹੈ। ਤੁਹਾਨੂੰ ਯਾਦ ਹੋਏਗਾ ਰੰਧਾਵਾ ਜੀ, 2 ਦਿਨ ਪਹਿਲੇ ਕੁਲਦੀਪ ਵੈਦ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ, ਸ਼ਾਇਦ ਕੱਲ ਹੀ ਦਿੱਤਾ ਸੀਗਾ, ਕਿ ਆਮ ਆਦਮੀ ਪਾਰਟੀ ਦੇ 2 ਹੋਰ MLA ਉਹ ਸਾਡੇ ਨਾਲ ਜੁੜਨਾ ਚਾਹੁੰਦੇ ਨੇ, ਔਰ ਉਹ ਕਦੀ ਵੀ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਸਕਦੇ ਨੇ। ਇੱਕ ਨੂੰ ਅੱਜ ਗੱਡੀ ਦੇ ਵਿੱਚ ਦੇਖਿਆ ਗਿਆ। ਹਾਲਾਂਕਿ ਕੰਵਰ ਸੰਧੂ ਉਹਨਾਂ ਦੀ ਨਾਰਾਜ਼ਗੀ ਆਮ ਆਦਮੀ ਪਾਰਟੀ ਨਾਲ ਕੋਈ ਨਵੀਂ ਨਹੀਂ ਹੈਗੀ। ਜਦ ਸੁਖਪਾਲ ਖਹਿਰਾ ਉਹਨਾਂ ਨੇ ਪਾਰਟੀ ਛੱਡੀ ਸੀਗੀ, ਤੇ ਨਾਲ ਦੇ ਨਾਲ ਕੰਵਰ ਸੰਧੂ ਵੀ ਉਹਨਾਂ ਦੇ ਨਾਲ ਹਮੇਸ਼ਾ ਦੇਖਦੇ ਰਹੇ ਸੀ। ਔਰ ਉਸ ਤੋਂ ਪਹਿਲੇ ਆਮ ਆਦਮੀ ਪਾਰਟੀ ਜਦ 2017 ਦੇ ਵਿੱਚ ਇੱਕ ਵੱਡੀ ਧਿਰ ਬਣ ਕੇ ਇਲੈਕਸ਼ਨ ਲੜ ਰਹੀ ਸੀ, ਤੇ ਪਾਰਟੀ ਦਾ ਮੈਨੀਫੈਸਟੋ ਵੀ ਕੰਵਰ ਸੰਧੂ ਉਹਨਾਂ ਨੇ ਤਿਆਰ ਕੀਤਾ ਸੀਗਾ। ਇੱਕ ਪ੍ਰੋਸੈਸ ਡਾਇਲੌਗ ਸ਼ੁਰੂ ਕੀਤਾ ਸੀਗਾ, ਔਰ ਉਹ ਵੱਖ-ਵੱਖ ਜਗ੍ਹਾ ਜਾ ਕੇ ਵੱਖ-ਵੱਖ ਵਰਗ ਦੇ ਲੋਕਾਂ ਨੂੰ ਮਿਲ ਕੇ ਉਹਨਾਂ ਨੇ ਬੜੀ ਮਿਹਨਤ ਨਾਲ ਪਾਰਟੀ ਦਾ ਮੈਨੀਫੈਸਟੋ ਤਿਆਰ ਕੀਤਾ ਸੀਗਾ। ਪਰ ਉਹ ਮੈਨੀਫੈਸਟੋ ਧਰਾ ਦਾ ਧਰਾ ਰਹਿ ਗਿਆ। ਉਸ ਤੋਂ ਬਾਅਦ ਕੰਵਰ ਸੰਧੂ ਵਰਗੇ ਇੱਕ ਸੂਝਵਾਨ ਪੱਤਰਕਾਰ ਨੂੰ
ਬੜਾ ਵੱਡਾ ਨਾਂ ਹੈ ਪੱਤਰਕਾਰੀ ਦੇ ਵਿੱਚ ਪੰਜਾਬ ਦੀ ਖਾਸ ਕਰਕੇ। ਔਰ ਉਹਨਾਂ ਦੇ ਵਰਗੇ ਲੀਡਰ ਨੂੰ ਇਸ ਤਰ੍ਹਾਂ ਰੋਲ ਕੇ ਰੱਖ ਦੇਣਾ, ਔਰ ਉਹ ਮੁੱਦਿਆਂ ਦੀ ਗੱਲ ਹਮੇਸ਼ਾ ਕਰਦੇ ਸੀਗੇ। ਮੈਨੂੰ ਇਹ ਲੱਗਦਾ ਹੈ ਕਿ ਅੱਜ ਜਿਸ ਤਰੀਕੇ ਨਾਲ ਕੰਵਰ ਸੰਧੂ ਉਹਨਾਂ ਚੰਨੀ ਸਾਹਿਬ ਦੀ ਗੱਡੀ 'ਚ ਦੇਖੇ ਗਏ ਔਰ ਪੰਜਾਬ ਭਵਨ ਜਾ ਰਹੇ ਸੀਗੇ, ਔਰ ਇੱਕ ਪੱਤਰਕਾਰ ਨੇ ਉਹ ਫੋਟੋ ਵੀ ਸ਼ੇਅਰ ਕੀਤੀ ਜਿਹਦੇ ਵਿੱਚ ਇਹ ਦੇਖਿਆ ਗਿਆ ਕਿ ਦੋਨਾਂ ਨੂੰ ਇਕੱਠੇ ਪੰਜਾਬ ਭਵਨ ਦੇ ਵਿੱਚ ਜਾਂਦੇ ਹੋਏ ਦੇਖਿਆ ਗਿਆ। ਇਹ ਆਪਣੇ ਆਪ ਵਿੱਚ ਇੰਡੀਕੇਸ਼ਨ ਹੈ। ਜਿਹੜਾ ਕੁਲਦੀਪ ਵੈਦ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ 2 ਆਮ ਆਦਮੀ ਪਾਰਟੀ ਦੇ ਐਮਐਲਏ ਬੜੀ ਛੇਤੀ ਕਾਂਗਰਸ ਜੁਆਇਨ ਕਰਨ ਵਾਲੇ ਨੇ, 9 ਪਹਿਲੇ ਹੀ ਜੁਆਇਨ ਕਰ ਚੁੱਕੇ ਨੇ ਔਰ 2 ਹੋਰ ਜੁਆਇਨ ਕਰ ਰਹੇ ਨੇ, ਤੇ ਉਹਨਾਂ ਦੀ ਸੰਖਿਆ ਰਹਿ ਜਾਏਗੀ 8, 20 ਤੋਂ ਘੱਟ ਕੇ 8। ਤੇ ਇਹ ਆਪਣੇ ਆਪ ਵਿੱਚ ਫਿਕਰ ਵਾਲੀ ਗੱਲ ਵੀ ਹੈਗੀ ਹੈ, ਕਿਉਂਕਿ ਕੰਵਰ ਸੰਧੂ ਵਰਗੀ ਸ਼ਖਸੀਅਤ ਨੂੰ ਖਰੜ ਤੋਂ ਟਿਕਟ ਨਾ ਦੇਣਾ, ਉੱਥੋਂ ਜਿਹੜੀ ਅਨਮੋਲ ਹੈਗੀ ਹੈ ਉਹਨਾਂ ਨੂੰ ਟਿਕਟ ਦੇ ਕੇ ਪਹਿਲੇ ਹੀ ਆਪਣਾ ਇੰਡੀਕੇਸ਼ਨ ਕੇਜਰੀਵਾਲ ਉਹਨਾਂ ਨੇ ਕੰਵਰ ਸੰਧੂ ਨੂੰ ਦੇ ਦਿੱਤਾ ਸੀਗਾ। ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪਿੱਛੇ ਇਹ ਵੀ ਗੱਲ ਚੱਲੀ ਸੀ ਸ਼ਾਇਦ ਆਉਣ ਵਾਲੇ ਟਾਈਮ ਵਿੱਚ ਕੇਜਰੀਵਾਲ ਉਹਨਾਂ ਛੋਟੇਪੁਰ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਮਨਾਉਣਗੇ, ਪਰ ਉਹ ਦਿਨ ਅਜੇ ਤੱਕ ਆਇਆ ਨਹੀਂ, ਕਿਉਂਕਿ ਉਹਦੇ ਵਿੱਚ ਵੀ ਭਗਵੰਤ ਮਾਨ ਨਹੀਂ ਚਾਹੁੰਦੇ ਸੀਗੇ ਕਿ ਐਦਾਂ ਦੇ ਲੀਡਰ, ਹੁਣ ਇਹ ਵਾਲੀ ਗੱਲ ਆਪਾਂ ਪੁਸ਼ਟੀ ਤੇ ਨਹੀਂ ਕਰਦੇ, ਪਰ ਗੱਲਾਂ ਜਿਹੜੀ ਅੰਦਰ ਪਾਰਟੀ ਲੈਵਲ ਤੋਂ ਨਿਕਲ ਕੇ ਆਉਂਦੀ ਹੈ ਉਹਦੇ ਵਿੱਚ ਕਿਸੇ ਵੀ ਵੱਡੇ ਲੀਡਰ ਦੀ ਜੁਆਇਨਿੰਗ ਅਗਰ ਹੁੰਦੀ ਹੈ ਆਮ ਆਦਮੀ ਪਾਰਟੀ ਦੇ ਵਿੱਚ, ਤੇ ਭਗਵੰਤ ਮਾਨ ਨਹੀਂ ਚਾਹੁੰਦੇ ਕਿ ਉਹਨਾਂ ਦਾ ਕੱਦ ਕਿਸੇ ਵੀ ਤਰੀਕੇ ਨਾਲ ਪਾਰਟੀ ਦੇ ਵਿੱਚ ਛੋਟਾ ਹੋਏ। ਪਰ ਕੰਵਰ ਸੰਧੂ ਉਹਨਾਂ ਦਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਜੁਆਇਨ ਕਰਨਾ, ਇਹਦੇ ਵਿੱਚ ਲੱਗਦਾ ਤੇ ਹੈ ਕਿ ਗੱਲ ਉਸ ਪਾਸੇ ਤੁਰ ਪਈ ਹੈ। ਔਰ 1-2 ਦਿਨਾਂ ਦੇ ਵਿੱਚ ਇਹ ਖਬਰ ਵੀ ਸ਼ਾਇਦ ਤੁਹਾਨੂੰ ਸੁਣਨ ਨੂੰ ਮਿਲ ਜਾਏ ਵੀ ਕੰਵਰ ਸੰਧੂ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਜੁਆਇਨ ਕਰਨ ਦਾ ਫੈਸਲਾ ਕਰ ਲਿਆ ਔਰ ਉਹ ਖਰੜ ਤੋਂ ਇਲੈਕਸ਼ਨ ਲੜਨ ਦਾ ਵੀ ਫੈਸਲਾ ਕਰ ਸਕਦੇ। ਦਰਅਸਲ ਕੰਵਰ ਸੰਧੂ ਨੂੰ ਇਗਨੋਰ ਕਰਕੇ ਇੱਕ ਬੜੀ ਸਧਾਰਨ ਸਿੰਗਰ ਕੁੜੀ, ਜਿਹਦਾ ਕੋਈ ਆਪਣਾ ਬਹੁਤ ਵੱਡਾ ਅਨੁਭਵ ਸਿਆਸਤ ਵਿੱਚ ਹੈ ਨਹੀਂ, ਜਿਹਦੀ ਪੰਜਾਬ ਦੀ ਪੋਲਿਟਿਕਸ ਤੇ ਪਕੜ ਬੜੀ ਪੇਤਲੀ ਜੀ ਹੈ, ਜਿੰਨੀ ਵਾਰੀ ਵੀ ਉਹਨਾਂ ਨੂੰ ਤੁਸੀਂ ਸੁਣੋਗੇ, ਹਾਲਾਂਕਿ ਅਸੀਂ ਆਪਣੀਆਂ ਬੱਚੀਆਂ ਦੀ ਬਹੁਤ ਇੱਜ਼ਤ ਕਰਦੇ ਹਾਂ, ਸਾਡੇ ਤਾਂ ਉਹ ਕੁਦਰਤੀ ਤੌਰ ਤੇ ਸਨਮਾਨ ਦੇ ਪਾਤਰ ਨੇ, ਜਿਹੜੇ ਗਗਨ ਅਨਮੋਲ ਮਾਨ, ਸ਼ਾਇਦ ਜਾਂ ਅਨਮੋਲ ਗਗਨ ਮਾਨ, ਹਾਂ ਗਲਤੀ ਹੋ ਜੇ ਤਾਂ ਮਾਫੀ, ਲੇਕਿਨ ਉਹਦੇ ਮੁਕਾਬਲੇ ਕੰਵਰ ਸੰਧੂ ਦਾ ਕੱਦ ਅਸਮਾਨ ਛੂੰਹਦਾ ਹੈ। ਕੇਜਰੀਵਾਲ ਵਰਗਾ ਐਕਸ ਬਿਊਰੋਕਰੇਟ, ਜਿਹੜਾ ਘਾਟ ਦੇ ਪਾਣੀ ਪੀਤੇ ਹੁੰਦੇ ਇਹਨਾਂ ਲੋਕਾਂ ਨੇ, ਜੇ ਉਹ ਵੀ ਪਰਖ ਦੇ ਵਿੱਚ ਇੰਨੀ ਪੇਤਲੀ ਗੱਲ ਕਰਦੇ ਆ ਔਰ ਇੰਨੇ ਸਤਹੀ ਲੈਵਲ ਤੇ ਜਾ ਕੇ ਏਡੇ ਵੱਡੇ ਬੰਦੇ ਨੂੰ ਬਿਨਾਂ ਕਾਰਨ ਛੱਡ ਦਿੰਦੇ ਆ, ਤੇ ਮੇਰਾ ਖਿਆਲ ਆ ਕਿ ਪੰਜਾਬ ਦੀ ਪੋਲਿਟਿਕਸ ਨੂੰ ਸਮਝਣ ਵਾਲੇ ਕੇਜਰੀਵਾਲ ਦਾ ਅਨਾੜੀਪੁਣਾ ਹੀ ਕਹਿਣਗੇ। ਚਲੋ ਆਪਾਂ ਅੱਗੇ ਚੱਲਦੇ ਆ। ਜਦੋਂ ਤੁਸੀਂ ਖਰੜ ਤੋਂ ਉਰੇ ਨੂੰ ਆਉਂਦੇ ਹੋ ਰੋਪੜ ਵੱਲ ਨੂੰ, ਤੇ ਅੱਗੇ ਸਭ ਤੋਂ ਪਵਿੱਤਰ ਜਗ੍ਹਾ ਪੰਜਾਬ ਦੀ, ਖਾਲਸੇ ਦੀ ਸਿਰਜਣਾ ਜਿੱਥੇ ਹੋਈ, ਔਰ ਖਾਲਸਾਈ ਧਰਤੀ, ਚੱਪੇ ਚੱਪੇ ਜ਼ਰੇ ਜ਼ਰੇ ਤੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ, ਪਰਿਵਾਰਾਂ ਦੇ ਵਿਛੋੜੇ, ਬਹੁਤ ਕੁਝ ਉੱਥੇ ਆ। ਉਸ ਧਰਤੀ ਤੋਂ ਇੱਕ ਸਾਫ਼ ਸੁਥਰਾ ਜਿਹਾ ਕਾਂਗਰਸ ਦਾ ਹਿੰਦੂ ਚਿਹਰਾ, ਹਿੰਦੂ ਫੇਸ ਆਉਂਦੇ ਆ, ਜਿਹੜੇ ਪਿੱਛੋਂ ਲੁਧਿਆਣੇ ਨਾਲ ਸੰਬੰਧਿਤ ਹੈ। ਮਨੀਸ਼ ਤਿਵਾੜੀ, ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ, ਉਹ G23 ਗਰੁੱਪ ਦਾ ਹਿੱਸਾ ਨੇ। ਪੰਜਾਬ ਚੋਂ ਸ਼ਾਇਦ ਉਹ ਇਕਲੌਤੇ ਹੀ ਸੀਗੇ, ਗੁਲਾਮ ਨਬੀ ਆਜ਼ਾਦ, ਕਪਲ ਸਿੱਬਲ ਤੇ ਬਾਕੀ ਵੱਡੇ ਧਨੰਤਰਾਂ ਦੇ ਨਾਲ, ਜਿਹੜੇ ਕਾਂਗਰਸ ਨੂੰ ਸ਼ੀਸ਼ਾ ਵਿਖਾ ਰਹੇ ਸੀਗੇ ਕਿ ਤੁਸੀਂ ਜੇਕਰ ਅੱਗੇ ਵਧਣਾ ਤਾਂ ਆਪਣੀਆਂ ਗਲਤੀਆਂ ਤੋਂ ਸਬਕ ਸਿੱਖੋ, ਸਵੈ ਮੁਲਾਂਕਣ ਕਰੋ। ਪਿਛਲੀ ਜਿਹੜੀ ਹਾਰ ਹੋਈ ਆ 19 ਵਾਲੀ ਹਾਰ ਤੋਂ ਬਾਅਦ ਤੁਸੀਂ ਸਿਰ ਜੋੜ ਕੇ ਸੋਚੋ ਤਾਂ ਸਹੀ, ਅਸੀਂ ਇੰਨੀ ਬੁਰੀ ਤਰ੍ਹਾਂ ਦੂਜੀ ਵਾਰ ਕਿਉਂ ਹਾਰ ਗਏ 14 ਤੋਂ ਬਾਅਦ 19 ਦੇ ਵਿੱਚ, ਲੇਕਿਨ ਉਹਨਾਂ ਦੀ ਸੁਣੀ ਨਹੀਂ ਗਈ। ਹੁਣ ਉਹ ਪੰਜਾਬ ਦੇ ਇਕਲੌਤੇ ਆਗੂ ਆ ਜਿਹੜੇ ਕਾਂਗਰਸ ਦੇ ਉੱਤੇ ਸਿੱਧਾ ਹਮਲਾ ਕਰ ਰਹੇ। ਪ੍ਰਤਾਪ ਸਿੰਘ ਬਾਜਵਾ ਚੁੱਪ ਨੇ, ਔਰ ਹੋਰ ਵੀ ਬਹੁਤ ਸਾਰੇ ਲੀਡਰ, ਦੂਲੋ ਵਰਗੇ ਲੀਡਰ ਵੀ ਚੁੱਪ ਕਰ ਗਏ। ਤੇਲ ਵੇਖੋ, ਤੇਲ ਦੀ ਧਾਰ ਵੇਖੋ ਦੀ ਨੀਤੀ ਤੇ ਚੱਲਦੇ ਆ, ਮੌਕਾ ਵਾਚ ਕੇ ਅੱਗੇ ਤੁਰਨਾ ਚਾਹੁੰਦੇ ਆ। ਲੇਕਿਨ ਮਨੀਸ਼ ਤਿਵਾੜੀ ਦੇ ਸ਼ਬਦੀ ਹਮਲੇ ਥੰਮਦੇ ਨਹੀਂ, ਰੋਜ਼ ਤੇ ਰੋਜ਼ ਹੋ ਰਹੇ ਆ। ਹੁਣ ਉਹਨਾਂ ਆਪਣੀ ਕਿਤਾਬ ਦੇ ਉੱਤੇ, ਜਿਹੜੀ ਉਹਨਾਂ ਕਿਤਾਬ ਲਿਖੀ, ਉਹਦੇ ਵਿੱਚ ਇੱਕ ਸਿੱਧਾ ਹਮਲਾ ਪਿਛਲੀ ਕਾਂਗਰਸ ਸਰਕਾਰ, ਸੈਂਟਰ ਦੀ ਸਰਕਾਰ ਤੇ ਬੋਲਿਆ ਕਿ ਤੁਸੀਂ ਜੇਕਰ ਮੁੰਬਈ ਹਮਲਿਆਂ ਤੋਂ ਬਾਅਦ ਪਾਕਿਸਤਾਨ ਤੇ ਵੱਡੀ ਕਾਰਵਾਈ ਕਰਦੇ, ਬਹੁਤ ਲੋੜੀਂਦੀ ਸੀ। ਇਹ ਉਵੇਂ ਹੀ ਆ ਜਿਵੇਂ ਮੋਦੀ ਨੇ ਸਰਜੀਕਲ ਸਟ੍ਰਾਈਕ ਕੀਤੀ ਸੀ। ਤੇ ਮੈਨੂੰ ਲੱਗਦਾ ਹੈ ਕਿ ਉਹਦੇ ਉੱਤੇ ਬੀਜੇਪੀ ਦਾ ਕਾਂਗਰਸ ਨੂੰ ਘੇਰੇ 'ਚ ਲੈਣਾ, ਇਕੁਏਸ਼ਨਾਂ ਇਸ ਤਰ੍ਹਾਂ ਦੀਆਂ ਬਣਦੀਆਂ ਜਾਂਦੀਆਂ ਨੇ ਕਿ ਜਿਵੇਂ ਮਨੀਸ਼ ਤਿਵਾੜੀ ਹੌਲੀ ਹੌਲੀ ਕਾਂਗਰਸ ਤੋਂ ਸ਼ਿਫਟ ਹੋ ਕੇ ਬੀਜੇਪੀ ਵੱਲ ਜਾਣ ਦੀ ਤਿਆਰੀ ਕਰ ਰਹੇ ਆ। ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਉਹਨਾਂ ਦੇ ਮਨ 'ਚ ਕੀ ਆ, ਅਸੀਂ ਉਹਨਾਂ ਨਾਲ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ ਇਹ ਪ੍ਰੋਗਰਾਮ ਵੇਲੇ, ਕਿਉਂਕਿ ਸਾਡਾ ਸਾਰੇ ਦਾ ਸਾਰਾ ਨੈਰੇਟਿਵ ਤੱਥਾਂ ਤੇ ਆ। ਜਿਹੜੇ ਤੱਥ ਅਸੀਂ ਦੇਖ ਰਹੇ ਹਾਂ ਸਾਹਮਣੇ, ਜੋ ਵੀ ਆ, ਸਾਡੀ ਜਿੰਨੀ ਕੁ ਪੋਲੀਟੀਕਲ ਸਮਝ ਹੈ ਚੀਜ਼ਾਂ ਨੂੰ ਸਮਝਣ ਦੀ, ਉਹਦੇ ਆਧਾਰ ਤੇ ਅਸੀਂ ਕਹਿ ਰਹੇ ਹਾਂ ਕਿ ਇਹ ਕਿਸੇ ਵੇਲੇ ਵੀ ਜਿਹੜਾ
ਹੋ ਸਕਦਾ ਮਨ ਪਰਿਵਰਤਨ ਹੋ ਗਿਆ ਹੋਵੇ, ਪਾਰਟੀ ਪਰਿਵਰਤਨ ਥੋੜੀ ਦੇਰ ਬਾਅਦ ਹੋ ਜਾਏ। ਇੱਕ ਕਨਸੋਪ ਪਹਿਲਾਂ ਭਾਸਕਰ ਸਾਹਿਬ ਨੇ ਮੈਨੂੰ ਦੱਸਿਆ ਸੀ ਕਿ ਆਮ ਆਦਮੀ ਪਾਰਟੀ ਦੀ ਵੀ ਉਹਨਾਂ ਦੀ ਚੱਲਦੀ ਰਹੀ। ਭਾਸਕਰ ਸਾਹਿਬ ਆਪਣੇ ਲਫ਼ਜ਼ਾਂ 'ਚ ਹੀ ਹੁਣ ਤੁਸੀਂ ਇਹ ਐਲੈਬੋਰੇਟ ਕਰ ਦਿਓ। ਦੇਖੋ, ਕਾਂਗਰਸ ਦੇ ਐਮਪੀ ਦਾ ਆਪਣੀ ਕਿਤਾਬ ਦੇ ਵਿੱਚ ਉਸ ਟਾਈਮ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਉੱਤੇ ਉਂਗਲ ਚੱਕਣਾ ਔਰ ਇਹ ਕਹਿਣਾ ਕਿ ਮੁੰਬਈ ਅਟੈਕਸ ਤੋਂ ਬਾਅਦ ਪਾਕਿਸਤਾਨ ਦੇ ਖਿਲਾਫ ਸਰਜੀਕਲ ਸਟ੍ਰਾਈਕ ਵਰਗੀ ਹਰਕਤ ਜਾਂ ਸਰਜੀਕਲ ਸਟ੍ਰਾਈਕ ਵਰਗੀ ਐਕਸਰਸਾਈਜ਼ ਬਣਦੀ ਸੀਗੀ, ਉਹ ਕਿਉਂ ਨਹੀਂ ਕੀਤੀ, ਉਹ ਇੱਕ ਚੂਕ ਸੀਗੀ। ਮੈਨੂੰ ਇਹ ਲੱਗਦਾ ਹੈ ਕਿ ਇਸ ਚੀਜ਼ ਨੂੰ ਪੋਲੀਟੀਸਾਈਜ਼ ਕਰਨ ਦੀ ਕੋਸ਼ਿਸ਼ ਇੱਕ ਵਾਰ ਫੇਰ ਮਨੀਸ਼ ਤਿਵਾਰੀ ਉਹਨਾਂ ਨੇ ਕੀਤੀ ਹੈ। ਮੈਂ ਜਦ ਕਹਿੰਦਾ ਕਿ ਇੱਕ ਵਾਰ ਫੇਰ, ਕਿਉਂਕਿ G23 ਦੇ ਇੱਕ ਵੱਡੇ ਆਗੂ ਕਰਕੇ ਉਹ ਇੱਕ ਮੈਂਬਰ ਵੀ ਹੈਗੇ ਆ। G23 ਤੁਹਾਨੂੰ ਪਤਾ ਹੈ, ਜਿਹੜਾ 23 ਵੱਡੇ ਲੀਡਰਾਂ ਦਾ ਗਰੁੱਪ, ਜਿਹੜਾ ਕਾਂਗਰਸ ਹਾਈ ਕਮਾਨ ਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕਰਦਾ ਔਰ ਕਈ ਵਾਰ CWC ਦੀ ਮੀਟਿੰਗ ਦੀ ਮੰਗ ਕਰਕੇ ਉਸ ਮੀਟਿੰਗ ਦੇ ਵਿੱਚ ਕੋਈ ਵੱਡੇ ਸਵਾਲ ਨਾ ਚੁੱਕਣੇ ਡਰ ਵੀ ਲੱਗਦਾ ਹੈ। ਗੁਲਾਮ ਨਬੀ ਆਜ਼ਾਦ ਵਰਗੇ ਲੀਡਰ ਜਿਨ੍ਹਾਂ ਦੀ ਪਾਰਲੀਮੈਂਟ ਦੇ ਵਿੱਚ ਮੋਦੀ ਉਹਨਾਂ ਤਾਰੀਫ ਕਰਦੇ ਨੇ ਔਰ ਉਹਨਾਂ ਦੀ ਅੱਖਾਂ ਤੋਂ ਆਂਸੂ ਆਉਂਦੇ ਨੇ, ਉਹ ਵੀ ਹਜੇ ਕਾਂਗਰਸ 'ਚ ਟਿਕੇ ਹੋਏ ਨੇ। ਕਈ ਵਾਰ ਇਹ ਗੱਲਾਂ ਹੋਈਆਂ ਕਿ ਕਸ਼ਮੀਰ ਦੇ ਵਿੱਚ ਗੁਲਾਮ ਨਬੀ ਆਜ਼ਾਦ ਦੀ ਇੱਕ ਵੱਖਰੀ ਕਾਂਗਰਸ ਬਣ ਗਈ ਹੈ ਔਰ ਉਸ G23 ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਵੀ ਨਜ਼ਦੀਕੀਆਂ ਸੀ ਔਰ ਜਦ ਤੋਂ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਪ੍ਰਧਾਨ ਬਣਾਉਣ ਦੀ ਐਕਸਰਸਾਈਜ਼ ਸ਼ੁਰੂ ਹੋਈ, ਪ੍ਰਧਾਨ ਬਣਾਇਆ ਔਰ ਉਹਨਾਂ ਨੇ ਅਸਤੀਫਾ ਦਿੱਤਾ, ਹਰ ਗੱਲ ਦੇ ਉੱਤੇ ਮਨੀਸ਼ ਤਿਵਾਰੀ ਉਹਨਾਂ ਦਾ ਬਿਆਨ ਜ਼ਰੂਰ ਆਇਆ। ਕਦੀ ਉਹ ਹਿੰਦੂਆਂ ਦੀ ਗੱਲ ਕਰਦੇ ਸੀ, ਕਦੀ ਉਹ ਅਸਤੀਫੇ ਦੇਣ ਦੇ ਉੱਤੇ ਸਵਾਲ ਪੁੱਛਦੇ ਸੀ ਕਿ ਵੀ ਇਹ ਕਿੱਦਾਂ, ਔਰ ਇੱਕ ਵਾਰ ਤੇ ਉਹ ਸ਼ੇਰੋ ਸ਼ਾਇਰੀ ਦੇ ਵਿੱਚ ਵੀ ਦੇਖੇ ਗਏ ਸੀ ਕਿ ਹਮ ਪਤਾ ਨਹੀਂ ਕੀ ਕਰਾਂ ਤੇ ਕੋਈ ਕਤਲ ਵੀ ਕਰੇ ਤਾਂ ਕੁਝ ਵੀ। ਤੋ ਐਦਾਂ ਦੀ ਗੱਲਾਂ ਦੇ ਬਾਅਦ ਹੁਣ ਇੱਕ ਨਵਾਂ ਤੀਰ ਪਾਰਟੀ ਹਾਈ ਕਮਾਨ ਦੇ ਉੱਤੇ ਛੱਡਣਾ ਔਰ ਉਹਦੇ ਉੱਤੇ ਇਮੀਡੀਏਟਲੀ ਬੀਜੇਪੀ ਨੇ ਨੈਸ਼ਨਲ ਲੈਵਲ ਤੇ ਪ੍ਰੈਸ ਕਾਨਫਰੰਸ ਬੁਲਾ ਕੇ ਉਹਨਾਂ ਗੱਲਾਂ ਨੂੰ ਹੋਰ ਉਛਾਲਣ ਦੀ ਕੋਸ਼ਿਸ਼ ਕਰਨਾ, ਉਹ ਆਪਣੇ ਆਪ ਵਿੱਚ ਹੀ ਰਾਹ ਬੀਜੇਪੀ ਵੱਲ ਮਨੀਸ਼ ਤਿਵਾਰੀ ਉਹਨਾਂ ਦਾ ਖੁੱਲਦਾ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਮਨੀਸ਼ ਤਿਵਾਰੀ ਉਹਨਾਂ ਨੇ ਆਪਣੇ ਚੰਡੀਗੜ੍ਹ ਦੇ ਵਿੱਚ ਵੱਡੇ ਸਪੋਰਟਰ ਜਿਹੜੇ ਕਾਂਗਰਸ ਦੇ ਜਿਹੜੇ ਪ੍ਰਧਾਨ ਸੀਗੇ ਚੰਡੀਗੜ੍ਹ ਦੇ, ਜੀ, ਉਹ ਕਿਹਾ ਜਾਂਦਾ ਹੈ ਕਿ ਮਨੀਸ਼ ਤਿਵਾਰੀ ਉਹਨਾਂ ਦੇ ਬੜੇ ਕਲੋਜ਼ ਸੀਗੇ। ਉਹਨਾਂ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲ ਤੋਰਿਆ ਸੀਗਾ ਔਰ ਅੱਜ ਮਿਊਨਿਸਪਲ ਇਲੈਕਸ਼ਨ ਚੰਡੀਗੜ੍ਹ ਦੇ ਵਿੱਚ ਡਿਊ ਹੈ ਔਰ ਕਾਂਗਰਸ ਦੀ ਐਕਸ ਟੀਮ ਹੁਣ ਆਮ ਆਦਮੀ ਪਾਰਟੀ ਦੀ ਪ੍ਰੈਜ਼ੈਂਟ ਟੀਮ ਬਣ ਕੇ ਕੰਮ ਕਰ ਰਹੀ ਹੈ ਔਰ ਪੋਲੀਟੀਕਲ ਸਰਕਲ ਦੇ ਵਿੱਚ ਕਿਹਾ ਵੀ ਜਾਂਦਾ ਸੀਗਾ ਕਿ 2024 ਦੀ ਚੋਣਾਂ ਦੇ ਵਿੱਚ ਸ਼ਾਇਦ ਮਨੀਸ਼ ਤਿਵਾਰੀ ਉਹਨਾਂ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਲੜ ਸਕਦੇ ਨੇ। ਪਰ ਹੁਣ ਕਈ ਵਾਰ ਤੁਸੀਂ ਨਿਕਲੋ ਕਿਸ ਪਾਸੇ ਤੇ ਵਿੱਚ ਰਾਹ ਚੇਂਜ ਕਰ ਲੈਂਦੇ ਹੋ। ਅੱਜ ਦਾ ਐਪੀਸੋਡ ਉਹ ਰਾਹ ਚੇਂਜ ਵਾਲੀ ਦਿਸ਼ਾ ਨੂੰ ਦਰਸਾਉਂਦਾ ਹੈ ਕਿ ਉਹ ਸ਼ਾਇਦ ਦੂਜੇ ਪਾਸੇ ਤੁਰਨ ਦੀ ਕੋਸ਼ਿਸ਼ ਕਰ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਉਹਨਾਂ ਦੀ ਯਾਰੀਆਂ ਕਾਫੀ ਜ਼ਿਆਦਾ ਹੈਗੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਔਖੇ ਟਾਈਮ ਦੇ ਵਿੱਚ ਮਨੀਸ਼ ਤਿਵਾਰੀ ਉਹਨਾਂ ਨੇ ਭਰਪੂਰ ਤਰੀਕੇ ਨਾਲ ਉਹਨਾਂ ਨੂੰ ਸਪੋਰਟ ਕੀਤਾ ਸੀ। ਸਪੋਰਟ ਤੇ ਬਾਜਵਾ ਸਾਹਿਬ ਨੇ ਵੀ ਕੀਤਾ ਸੀਗਾ, ਪਰ ਅੱਜ ਬਾਜਵਾ ਸਾਹਿਬ ਕਿਸੇ ਵੀ ਕੰਟਰੋਵਰਸੀ ਤੋਂ ਬਚਦੇ ਨਜ਼ਰ ਆ ਰਹੇ ਨੇ ਔਰ ਉਹ ਬਿਲਕੁਲ ਔਰ ਕਿਹਾ ਜਾਂਦਾ ਹੈ ਕਿ ਫਤਿਹ ਜੰਗ ਸਿੰਘ ਬਾਜਵਾ ਉਹਨਾਂ ਨੇ ਆਪਣੇ ਭਰਾ ਵਾਸਤੇ ਟਿਕਟ ਛੱਡਣ ਦਾ, ਜਿਹੜੀ ਕਾਦੀਆਂ ਦੀ ਟਿਕਟ ਹੈ, ਉਹ ਵੀ ਫੈਸਲਾ ਕਰ ਲਿਆ। ਪਰ ਕਿੰਨੀ ਕੁ ਗੱਲ ਸਹੀ ਹੈ ਕਿੰਨੀ ਕੁ ਨਹੀਂ ਹੈ ਇਹ ਤੇ ਆਉਣ ਵਾਲੇ ਟਾਈਮ ਵਿੱਚ ਹੀ ਪਤਾ ਲੱਗੇਗਾ। ਪਰ ਮਨੀਸ਼ ਤਿਵਾਰੀ ਦੀ ਰਾਹ ਉਹ ਦਿੱਲੀ ਵੱਲ ਤੁਰ ਗਈ ਹੈ ਔਰ ਜਿਸ ਤਰੀਕੇ ਨਾਲ ਲੁਧਿਆਣੇ ਤੋਂ ਉਹਨਾਂ ਨੇ 2014 ਦੇ ਵਿੱਚ ਐਮਪੀ ਦੇ ਇਲੈਕਸ਼ਨ ਲੜਨ ਵਾਸਤੇ ਮਨਾ ਕੀਤਾ ਸੀਗਾ, ਤਦ ਤੋਂ ਉਹਨਾਂ ਦੀ ਹਾਈ ਕਮਾਨ ਦੇ ਨਾਲ ਤਲਖੀ ਵਧੀ ਹੋਈ ਹੈ ਔਰ ਉਹ ਤਲਖੀ ਕਦੀ ਵੀ ਘੱਟ ਨਹੀਂ ਹੋਈ। ਜਦੋਂ ਵੀ ਬਿਆਨਬਾਜ਼ੀ ਕਰਨ ਦਾ ਮੌਕਾ ਮਿਲਦਾ ਹੈ ਮਨੀਸ਼ ਤਿਵਾਰੀ ਕਦੀ ਵੀ ਪਿੱਛੇ ਨਹੀਂ ਹਟਦੇ ਔਰ ਅੱਜ ਉਹਨਾਂ ਦੀ ਇਹ ਕਿਤਾਬ ਉਹਨਾਂ ਦੀ ਦਿਲ ਦੀ ਮਨ ਦੀ ਦਸ਼ਾ ਨੂੰ ਵੀ ਇੱਕ ਤਰੀਕੇ ਨਾਲ ਉਜਾਗਰ ਕੀਤਾ ਇਸ ਕਿਤਾਬ ਨੇ ਔਰ ਉਹਨਾਂ ਦੀ ਦਿਸ਼ਾ ਨੂੰ ਵੀ ਉਜਾਗਰ ਕੀਤਾ ਹੈ। ਦਿਸ਼ਾ ਨੂੰ ਇਸ ਤਰ੍ਹਾਂ ਉਜਾਗਰ ਕੀਤਾ ਹੈ ਕਿ ਉਹਨਾਂ ਦੀ ਕਿਤਾਬ ਦੇ ਜਿਹੜੀ ਰਿਲੀਜ਼ ਹੋਣ ਤੋਂ ਬਾਅਦ ਬੀਜੇਪੀ ਦਾ ਇਮੀਡੀਏਟਲੀ ਪ੍ਰੈਸ ਕਾਨਫਰੰਸ ਬੁਲਾਣਾ ਔਰ ਕਾਂਗਰਸ ਦੇ ਉੱਤੇ ਇੱਕ ਨਵੇਂ ਸਿਰੇ ਤੋਂ ਅਟੈਕ ਸ਼ੁਰੂ ਕਰਨਾ, ਇਹ ਕਿਸੇ ਨਾ ਕਿਸੇ ਜਗ੍ਹਾ ਬੀਜੇਪੀ ਵੱਲ ਉਹਨਾਂ ਦੀ ਰਾਹ ਖੁੱਲ ਚੁੱਕੀ ਹੈ। ਇਸ ਗੱਲ ਦੇ ਸੰਕੇਤ ਦਿੰਦਾ। ਤੁਸੀਂ ਜਦੋਂ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੀ ਨਜ਼ਦੀਕੀਆਂ ਤੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਖਲੋਣ ਦੀ ਗੱਲ ਮਨੀਸ਼ ਤਿਵਾੜੀ ਦੀ ਕਰਦੇ ਹੋ, ਤੇ ਅਜੇ ਬੀਤੇ ਦਿਨ ਹੀ ਉਹਨਾਂ ਨੇ ਚੰਡੀਗੜ੍ਹ ਤੋਂ ਜਾਗਰਣ ਅਖਬਾਰ ਦੇ ਸੀਨੀਅਰ ਪੱਤਰਕਾਰ ਕੈਲਾਸ਼ ਨਾਥ ਨਾਲ ਗੱਲਬਾਤ ਦੇ ਵਿੱਚ ਕਿਹਾ ਸੀਗਾ ਕਿ ਕੈਪਟਨ ਵੱਲੋਂ ਅਲੱਗ ਪਾਰਟੀ ਬਣਾਉਣ ਦੇ ਫੈਸਲੇ ਤੇ ਕਿ ਅਮਰਿੰਦਰ ਦੇ ਅਸਤੀਫੇ ਨੂੰ ਬਿਹਤਰ ਤਰੀਕੇ ਨਾਲ ਸੰਭਾਲਿਆ ਜਾ ਸਕਦਾ ਸੀ। ਉਹਨਾਂ ਦੀ ਸੀਨੀਅਰਤਾ ਤੇ ਕੱਦ ਨੂੰ ਵੇਖਦੇ ਹੋਏ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਸੀ ਕਿ ਪਾਰਟੀ ਇੱਕ ਬਦਲਾਅ ਦੀ ਇੱਛਾ ਰੱਖਦੀ ਆ।
ਉਹ ਸ਼ਾਲੀਨਤਾ ਨਾਲ ਅਸਤੀਫਾ ਦਿੰਦੇ ਤੇ ਹਾਲੇ ਵੀ ਕਾਂਗਰਸ 'ਚ ਹੁੰਦੇ, ਮੈਂ ਤਾਂ ਹੁਣ ਵੀ ਸੁਲਾਹ ਦੀ ਵਕਾਲਤ ਕਰਦਾ ਹਾਂ। ਕੈਪਟਨ ਦਿਲ ਤੋਂ ਕਾਂਗਰਸੀ ਹਨ। ਮਨੀਸ਼ ਤਿਵਾੜੀ ਕਦੋਂ ਤੱਕ ਕਾਂਗਰਸੀ ਰਹਿਣਗੇ, ਇਹ ਸ਼ੱਕ ਦੇ ਘੇਰੇ 'ਚ ਤੁਰਦੀਆਂ ਗੱਲਾਂ। ਉਂਝ ਹੋ ਸਕਦਾ ਹੈ ਕਿ ਜੇ ਉਧਰ ਡੀਲ ਬਿਹਤਰ ਨਾ ਹੋਈ ਜਾਂ ਕਿਧਰੇ ਮਨ ਨਾ ਉਹਨੇ ਵਧੀਆ ਤਰੀਕੇ ਨਾਲ ਮਿਲੇ ਤਾਂ ਸ਼ਾਇਦ ਇਹ ਕਸਕ ਵੀ ਲੈ ਕੇ ਜੀਣਾ ਪਊਗਾ ਕਾਂਗਰਸ ਦੇ ਵਿੱਚ ਰਹਿ ਕੇ, ਜਾਂ ਕਿਧਰੇ G23 ਨੂੰ ਤਵੱਜੋ ਮਿਲੀ ਤਾਂ ਫਿਰ ਮਨੀਸ਼ ਤਿਵਾੜੀ ਪੰਜਾਬ ਦੇ ਵਿੱਚ ਇੱਕ ਵਾਰੀ ਫਿਰ ਅੱਗੇ ਵੱਧਦੇ ਦਿਸਣਗੇ। ਹਾਲਾਂਕਿ ਫਿਲਹਾਲ ਜਿਸ ਟੀਮ ਦੀ ਉਹ ਮੁਖਾਲਫਤ ਕਰ ਰਿਹਾ ਉਸ ਟੀਮ ਨਾਲ 24 ਤੱਕ ਉਹਨਾਂ ਨੂੰ ਕੋਈ ਬਹੁਤਾ ਵਾਹ ਵਾਸਤਾ ਹੋਣਾ ਨਹੀਂ। 24 ਤੋਂ 6 ਮਹੀਨੇ 4 ਮਹੀਨੇ ਪਹਿਲਾਂ ਟਿਕਟਾਂ ਦੇ ਫੈਸਲੇ ਹੁੰਦੇ ਆ, ਉਦੋਂ ਤੱਕ ਗੇਮ ਸੇਫ ਸੀ। ਪਰ ਦੇਖੋ ਵਾਪਰਦਾ ਕੀ ਆ, ਇਹਨੂੰ ਨੀਝ ਨਾਲ ਤੱਕਣ ਦੀ ਲੋੜ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।